ਸੋ ਭਲੇ ਆਪਣੇ ਰੱਬ ਦਾ ਸ਼ੁਕਰ ਕਰੀਏ। ਐਸਾ ਰੱਬ ਜਿਹੜਾ ਬੋਲਦਾ ਹੈ, ਗੱਲਾਂ ਕਰਦਾ ਹੈ ਤੇ ਸਾਨੂੰ ਉਸ ਦੀਆਂ ਗੱਲਾਂ ਨੂੰ ਸੁਣਨ ਦਾ ਮੌਕਾ ਮਿਲਦਾ ਹੈ। ਤੇ ਜੇਕਰ ਮੌਕਾ ਮਿਲਦਾ ਹੈ ਤੇ ਆਓ ਉਹਦੀਆਂ ਗੱਲਾਂ ਦੇ ਵਿੱਚੋਂ ਸੁਣੀਏ, ਸਿੱਖੀਏ ਤੇ ਕਰੀਏ। ਤੇ ਗੱਲਾਂ ਬਈ ਕਰਨ ਲਈ ਹੁੰਦੀਆਂ ਨੇ, ਤੇ ਜੇਕਰ ਗੱਲਾਂ ਨਹੀਂ ਕੀਤੀਆਂ ਜਾਂਦੀਆਂ ਤੇ ਫਿਰ ਗੱਲਾਂ ਵੀ ਹੋਣ ਰੱਬ ਦੀਆਂ ਤੇ ਨਾ ਕਰੇ ਤੇ ਰੱਬ ਮੇਰੀ ਤੇ ਤੁਹਾਡੀ ਜ਼ਬਾਨ ਦਾ ਹਿਸਾਬ ਲਏਗਾ। ਕਿਉਂਕਿ ਖੁਦਾ ਦਾ ਬੰਦਾ ਦਾਊਦ ਕਹਿੰਦਾ ਏ, ਖੁਦਾ ਦੇ ਨਾਂ ਦੀ ਇਹ ਜ਼ਬਾਨ ਏ, ਤਦ ਕਰੇਗੀ ਤਾਰੀਫ, ਬਿਆਨ ਸ਼ੁਕਰਾਨੇ ਮੈਂ ਮਨਾਵਾਂਗਾ ਤੇ ਬਜ਼ੁਰਗੀ ਉਸ ਦੀ ਗਾਵਾਂਗਾ। ਤੇ ਆਓ ਗੱਲਾਂ ਕਰੀਏ, ਭਾਵੇਂ ਕਿ ਇਹਨੂੰ ਚੰਗੀਆਂ ਲੱਗਦੀਆਂ ਜਾਂ ਨਹੀਂ ਲੱਗਦੀਆਂ, ਨਾ ਲੱਗਣ। ਆ ਤੁਸੀਂ ਮੇਰੇ ਪਿੱਛੇ ਝੰਡਾ ਵੇਖਣ ਡਏ ਹੋ, ਤੇ ਝੰਡਾ ਸਿੱਧਾ ਝੰਡਾ ਨਹੀਂਗਾ। ਇਹ ਝੰਡਾ ਅਗਲਿਆਂ ਨੇ ਪੁੱਠਾ ਕਰਕੇ ਲਾਤਾ ਏ, ਇਸ ਕਰਕੇ ਕਿਉਂਕਿ ਉਹਨਾਂ ਨੂੰ ਹਕੂਮਤ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਤੇ ਹਕੂਮਤ ਨਾਲ ਗੱਲਾਂ ਕਰਦੇ ਨੇ। ਤੇ ਉਹ ਲੜਾਈ ਨਹੀਂ ਉਹਨਾਂ ਕੀਤੀ, ਉਹਨਾਂ ਝੰਡਾ ਪੁੱਠਾ ਕਰ ਦਿੱਤਾ ਏ ਨੀਦਰਲੈਂਡ 'ਚ, ਵੀ ਹਕੂਮਤ ਸਾਡੀ ਗੱਲ ਮੰਨੇ। ਆਓ ਇਸੇ ਤਰ੍ਹਾਂ ਹੀ ਸਾਨੂੰ ਵੀ ਹੱਕ ਬਣਦਾ ਏ। ਅਸੀਂ ਉਹਦੇ ਪੁੱਤਰ ਹਾਂ, ਕਿਉਂਕਿ ਗਲਤੀਓਂ 4 ਬਾਪ ਉਹਦੀ 6 'ਚ ਲਿਖਿਆ, ਤੁਸੀਂ ਪੁੱਤਰ ਹੋ, ਮੇਰੇ ਪੁੱਤਰ ਦਾ ਰੂਹ ਤੁਹਾਡੇ ਦਿਲਾਂ ਦੇ ਵਿੱਚ ਏ, ਇਸੇ ਕਰਕੇ ਤੁਸੀਂ ਅੱਬਾ ਯਾਨੀ ਬਾਪ ਕਹਿ ਕੇ ਪੁਕਾਰਦੇ ਹੋ। ਤੇ ਜੇਕਰ ਬਈ ਉਹਦੇ ਪੁੱਤਰ ਆ ਤੇ ਉਹਦੇ ਪੁੱਤਰ ਦਾ ਰੂਹ ਸਾਡੇ ਦਿਲਾਂ ਦੇ ਵਿੱਚ ਏ, ਤੇ ਫਿਰ ਇਫਸੀਓਂ 6 ਬਾਪ ਤੇ 10 ਤੋਂ ਪੜ੍ਹੀਏ ਤੇ ਲਿਖਿਆ ਮਿਲਦਾ ਹੈ, ਤੁਹਾਡੀ ਕੁਸ਼ਤੀ ਖੂਨ ਤੇ ਗੋਸ਼ਤ ਨਾਲ ਨਹੀਂ ਗੀ ਹੁਣ, ਹਕੂਮਤ ਵਾਲਿਆਂ ਨਾਲ, ਇਖਤਿਆਰ ਵਾਲਿਆਂ ਨਾਲ, ਦੁਨੀਆ ਦੇ ਤਰੀਕੇ ਦੇ ਹਾਕਮਾਂ ਤੇ ਸ਼ਰਾਰਤ ਦੀਆਂ ਰੂਹਾਨੀ ਫੌਜਾਂ ਨਾਲ, ਜਿਹੜੀਆਂ ਸਮਾਨੀ ਮਕਾਮਾਂ ਦੇ ਵਿੱਚ ਲੱਗੀਆਂ ਹੋਈਆਂ ਨੇ। ਤੇ ਕਹਿੰਦਾ ਖੁਦਾ ਦੇ ਸਾਰੇ ਹਥਿਆਰ ਬੰਨ੍ਹ ਲਓ। ਤੇ ਪਹਿਲਾ ਹਥਿਆਰ ਕਹਿੰਦਾ ਸੱਚਾਈ ਨਾਲ ਕਮਰ ਕੱਸਿਓ, ਰਾਸਤਬਾਜ਼ੀ ਦਾ ਵਕਤ ਲਾਇਓ, ਸੁਲ੍ਹਾ ਦੀ ਖੁਸ਼ਖਬਰੀ ਦੀ ਤਿਆਰੀ ਦੇ ਜੁੱਤੇ ਪਾਇਓ, ਜਿੱਧਰ ਨੂੰ ਜਾਵੋ ਕਲਾਮੇ ਹੱਕ ਦੀ ਗੱਲ ਕਰਿਓ। ਕਿਉਂਕਿ ਲੂਕਾ ਪਹਿਲਾ ਬਾਪ ਪਹਿਲੀ ਐਤ ਨੂੰ ਪੜ੍ਹੀਏ ਤੇ ਲਿਖਿਆ, ਹੁਣ ਬਹੁਤ ਸਾਰੇ ਲੋਕਾਂ ਨੇ ਕਮਰ ਨੂੰ ਬੰਨ੍ਹ ਲਿਆ ਕਿ ਜਿੱਦਾਂ ਤਰਤੀਬਵਾਰ ਕਲਾਮੇ ਉਸੇ ਤਰ੍ਹਾਂ ਬਿਆਨ ਕਰ ਲਈਏ ਤੇ ਕਰ ਲਈਏ, ਸੱਚ ਨੂੰ ਬੋਲ ਲਈਏ। ਕਲਾਮ ਹੈ ਸੱਚ, ਤੇ ਸੱਚ ਸਾਡਾ ਹਥਿਆਰ ਆ। ਲਿਖਿਆ ਸੁਲ੍ਹਾ ਦੀ ਖੁਸ਼ਖਬਰੀ ਦੀ ਤਿਆਰੀ ਦੇ ਜੁੱਤੇ ਪਾਵੀਂ ਤੇ ਅਮਾਨ ਦੀ ਸੇਪਰ ਲਾਵੀਂ, ਤੇ ਫਿਰ ਰੂਹ ਦੀ ਤਲਵਾਰ ਜਿਹੜਾ ਖੁਦਾ ਦਾ ਕਲਾਮ ਹੈ, ਇਸ ਨੂੰ ਲੈ ਲਈ। ਰੂਹ ਦੀ ਤਲਵਾਰ, ਤੇ ਜੇਕਰ ਰੂਹ ਦੀ ਤਲਵਾਰ ਨੂੰ ਲੈ ਲਿਆ ਏ ਤੇ ਫਿਰ ਜਿੱਦਾਂ ਹੈਗਾ ਏ ਇਹਨੂੰ ਚਲਾਉਣਾ ਵੀ ਉਸੇ ਤਰ੍ਹਾਂ ਹੀ ਸ਼ੁਰੂ ਕਰੀਏ। ਵਰਨਾ ਬਾਈਬਲ 'ਚ ਲਿਖਿਆ ਹੈ, ਯਰਮੀਆ 48 ਬਾਪ ਦੀ 10 ਐਤ, ਜਿਹੜਾ ਖੁਦਾ ਦਾ ਕੰਮ ਬੇਪਰਵਾਹੀ ਨਾਲ ਕਰਦਾ ਹੈ ਤੇ ਆਪਣੀ ਤਲਵਾਰ ਨੂੰ ਖੂਨ ਰੇਜ਼ੀ ਤੋਂ ਬਾਤ ਰੱਖਦਾ ਏ, ਲਿਖਿਆ ਉਹ ਮਲਾਉਨ ਹੋਵੇਗਾ, ਮਲਾਉਨ। ਇਹਨੂੰ ਚੁੱਕ ਲੈਂਦੇ ਆ ਤੇ ਇਹਨੂੰ ਚਲਾਉਂਦੇ ਨਹੀਂ, ਤੇ ਫਿਰ ਮਲਾਉਨ ਬਣਾਂਗੇ। ਗਿਣਤੀ ਦੀ ਕਿਤਾਬ 25 ਬਾਪ ਨੂੰ ਪੜ੍ਹੋ, ਲਿਖਿਆ ਇਸਰਾਈਲੀ ਸ਼ਤੀਮ ਦੇ ਵਿੱਚ ਰਹਿੰਦੇ ਸੀ ਤੇ ਉਹਨਾਂ ਦੇ ਕੰਮ ਮਾੜੇ ਹੋ ਗਏ, ਗੈਰ ਮਬੂਦਾਂ ਦੀ ਇਬਾਦਤ ਕਰਨੀ ਸ਼ੁਰੂ ਕਰ ਦਿੱਤੀ, ਗੈਰ ਔਰਤਾਂ ਦੇ ਨਾਲ ਹਰਾਮਕਾਰੀ ਸ਼ੁਰੂ ਕਰ ਦਿੱਤੀ, ਉਹਨਾਂ ਦੇ ਬੁੱਤਾਂ ਦੀ ਕੁਰਬਾਨੀ ਖਾਣਾ ਵੀ ਸ਼ੁਰੂ ਹੋ ਗਏ, ਉਹਨਾਂ ਨੂੰ ਪੂਜਣਾ ਵੀ ਸ਼ੁਰੂ ਹੋ ਗਏ। ਖੁਦਾ ਦਾ ਗਜ਼ਬ ਭਟਕਿਆ ਤੇ ਉਹਨੇ ਆਪਣੇ ਬੰਦਾ ਮੂਸਾ ਨੂੰ ਆਖਿਆ, ਕੌਮ ਦੇ ਸਰਦਾਰਾਂ ਨੂੰ ਫੜ ਲਾ ਤੇ ਧੁੱਪ 'ਚ ਟੰਗ ਦੇ, ਕਿਉਂਕਿ ਇਹਨਾਂ ਦੇ ਕੰਮ ਮਾੜੇ ਨੇ। ਤੇ ਕੌਮ ਰੋ ਰਹੀ ਸੀਗੀ ਕਿ ਆਹ ਕੀ ਬਣਿਆ। ਤੇ ਦੇਖਦੇ ਆ ਇੱਕ ਇਸਰਾਈਲੀ ਇੱਕ ਔਰਤ ਨੂੰ, ਹਦਿਆਨੀ ਔਰਤ ਨੂੰ ਲੈ ਕੇ ਆਪਣੇ ਭਰਾਵਾਂ ਦੇ ਸਾਹਮਣੇ, ਇਸਰਾਈਲ ਦੀ ਲੋਕਾਂ ਦੇ ਸਾਹਮਣੇ, ਆਪਣੇ ਖੈਮੇ ਦੇ ਵਿੱਚ ਆਪਣੇ ਭਰਾਵਾਂ ਕੋਲ ਚਲਾ ਗਿਆ। ਤੇ ਫਿਨਿਆਸ ਬਿਲ, ਹरून ਕਾਹਨ, ਅਲੀਅਜ਼ਰ ਕਾਹਨ ਉੱਠਿਆ ਏ। ਫਿਨਿਆਸ, ਉਹਨੇ ਹੱਥ ਵਿੱਚ ਬਰਛੀ ਲਈ ਤੇ ਉਹਦੇ ਖੈਮੇ ਦੇ ਵਿੱਚ ਚਲਾ ਗਿਆ ਤੇ ਜਾ ਕੇ ਉਸ ਔਰਤ ਨੂੰ ਵੀ ਮਾਰ ਦਿੱਤਾ ਹੈ ਤੇ ਮਰਦ ਨੂੰ ਵੀ ਮਾਰ ਦਿੱਤਾ ਹੈ। ਤੇ ਇਹ ਕੰਮ ਜਦੋਂ ਕੀਤਾ ਹੈ ਤੇ ਲਿਖਿਆ ਹੈ ਕਿ ਇਸਰਾਈਲ ਦਾ ਕਹਿਰ, ਜਿਹੜਾ ਖੁਦਾ ਦਾ ਭਟਕਿਆ ਹੋਇਆ ਸੀ ਨਾ, ਉਹਨਾਂ ਤੇ ਕਹਿਰ
ਉਹ ਫਿਰ ਕਹਿਰ ਟਲ ਗਿਆ ਤੇ ਉਸ ਕਹਿਰ ਦੇ ਵਿੱਚ 24,000 ਲੋਕ ਮਾਰੇ ਗਏ। ਪਰ ਉਸ ਬਰਛੀ ਦੇ ਚੱਲਣ ਨਾਲ ਕਹਿਰ ਟਲ ਗਿਆ। ਆਓ ਅੱਜ ਰੂਹ ਦੀ ਤਲਵਾਰ ਚਲਾਈਏ, ਅੱਜ ਵੇਲਾ ਇਹ ਹੱਕ ਦੀ ਬੋਲੀ ਬੋਲੀਏ, ਕਲਾਮ ਸੁਣਾਈਏ, ਇਸ ਨੂੰ ਚਲਾ ਲਈਏ। ਕਿਉਂਕਿ ਮੱਤੀ 10 ਬਾਬ 27 ਚ ਕਿਹਾ ਗਿਆ, ਜਿਸ ਨਬੀ ਕੋ ਜਿਸ ਗੱਲ ਨੂੰ ਤੂੰ ਹਨੇਰੇ 'ਚ ਸੁਣ ਲੈਣਾ ਹੈ, ਅਜਾਲੇ 'ਚ ਕਰ, ਜਿਹੜੀ ਕੰਨ 'ਚ ਪੈਂਦੀ ਕੋਠੇ ਤੇ ਚੜ੍ਹ ਤੇ ਮਨਾਦੀ ਕਰ। ਤੇ ਅੱਜ ਵੇਲਾ ਹੈ ਮਨਾਦੀ ਕਰਨ ਦਾ। ਜ਼ਬੂਰ 119 ਉਹਦੀ 43 ਚ ਲਿਖਿਆ, ਹੱਕ ਗੱਲ ਨੂੰ ਮੇਰੇ ਮੂੰਹ ਤੋਂ ਜਦਾ ਨਾ ਹੋਣ ਦੇ, ਮੇਰਾ ਅਤਮਾਦ ਤੇਰੇ ਕਲਾਮ ਉੱਤੇ ਆ। ਅਤਮਾਦ ਕਲਾਮ ਉੱਤੇ ਬਹਾਲ ਕਰਕੇ ਤੇ ਹੱਕ ਦੀ ਗੱਲ ਕਰੀਏ। ਆ ਵੇਖ ਲਓ, ਮੈਂ ਤੁਹਾਨੂੰ ਦੱਸਣ ਨੇ, ਵੇਖੋ ਆ ਝੰਡਾ ਨੀਦਰਲੈਂਡ ਦਾ ਝੰਡਾ ਹੈ, ਅਗਲੇ ਪੁੱਠਾ ਲਟਕਾਤਾ ਹੈ ਕਿ ਅਸੀਂ ਤੁਹਾਡੇ ਨਾਲ ਐਗਰੀ ਨਹੀਂ, ਤੁਹਾਡੇ ਅਸੂਲ ਸਹੀ ਨਹੀਂ ਗੇ। ਤੇ ਆਓ ਅਸੀਂ ਵੀ ਅੱਜ ਅਸੂਲਾਂ ਵਾਸਤੇ, ਕਲਾਮ ਵਾਸਤੇ ਗੱਲ ਕਰ ਸਕਨੇ ਹਾਂ। ਆਪਣੇ ਮੂੰਹ ਨੂੰ ਖੋਲੀਏ, ਕੁਸ਼ਤੀ ਨੂੰ ਲੜੀਏ, ਰੂਹ ਦੀ ਤਲਵਾਰ ਨੂੰ ਚਲਾਈਏ। ਕਿਉਂਕਿ ਲੂਕਾ ਪਹਿਲਾ ਬਾਬ ਪਹਿਲੀ ਐਚ ਲਿਖਿਆ, ਹੁਣ ਬਹੁਤ ਸਾਰੇ ਲੋਕਾਂ ਨੇ ਕਬਰ ਨੂੰ ਬੰਨ ਲਿਆ ਹੈ ਕਿ ਜਿੱਦਾਂ ਧਰਤੀਵਾਰ ਕਲਾਮੇ ਉਸ ਤਰ੍ਹਾਂ ਬਿਆਨ ਕਰੀਏ। ਤੇ ਆਓ ਬਿਆਨ ਕਰੀਏ, ਤੇ ਆਓ ਉਸ ਝੰਡੇ ਨੂੰ, ਜਿਹੜਾ ਝੰਡਾ ਜ਼ਬੂਰ 20 ਉਹਦੀ 5 ਐਚ ਲਿਖਿਆ ਹੈ, ਮੈਂ ਤੇਰੀ ਨਿਜਾਤ ਉੱਤੇ ਸ਼ਾਦਿਆਨਾ ਵਜਾਵਾਂਗਾ ਤੇ ਮੈਂ ਤੇਰਾ ਝੰਡਾ ਲਹਿਰਾਵਾਂਗਾ, ਮੈਂ ਤੇਰਾ ਝੰਡਾ ਖੜਾ ਕਰਾਂਗਾ। ਅੱਜ ਵੇਲਾ ਉਹਦਾ ਝੰਡਾ ਖੜਾ ਕਰੀਏ। ਕਿਉਂਕਿ ਜ਼ਬੂਰ 74 ਉਹਦੀ 4 ਐਚ ਲਿਖਿਆ ਹੈ, ਤੇਰੇ ਮਜਮੇ 'ਚ ਤੇਰੇ ਮੁਖਾਲਫ ਗਰਜਦੇ ਨੇ ਤੇ ਨਿਸ਼ਾਨ ਲਈ ਉਹਨਾਂ ਨੇ ਆਪਣੇ ਝੰਡੇ ਕੀ ਵੀ ਆਪਣੀਆਂ ਤਲੀਮਾਂ, ਲੇਕਿਨ ਖੁਦਾ ਦਾ ਝੰਡਾ ਲਹਿਰਾਈਏ, ਰੂਹ ਦੀ ਤਲਵਾਰ ਚਲਾਈਏ, ਚੰਗੇ ਰਹਿ ਜਾਗੇ। ਬੋਲਣਾ ਸ਼ੁਰੂ ਕਰ ਦਈਏ। ਕਿਉਂਕਿ ਪਹਿਲਾ ਕਰੰਥੀਓ 9 ਬਾਬ 16 'ਚ ਲਿਖਿਆ, ਅਗਰ ਕਲਾਮ ਸੁਣਾਉਣਾ ਤੇ ਫਖਰ ਨਾ ਕਰੀ, ਤੇ ਜੇ ਨਹੀਂ ਸੁਣਾਉਂਦਾ ਤੇ ਤੇਰੇ ਉੱਤੇ ਅਫਸੋਸ। ਆਓ ਬੰਦਿਓ ਅੱਜ ਵੀ ਲੈ ਸੁਣਾ ਲਈਏ, ਚੰਗੇ ਰਹਿ ਜਾਵਾਂਗੇ। ਔਰ ਸੁਣਾਉਣਾ ਕਿੱਥੋਂ ਸ਼ੁਰੂ ਕਰਨਾ? ਇਸ਼ਤਿਸ਼ਨਾ ਦੀ ਕਿਤਾਬ 6 ਬਾਬ 4 ਐਤ ਤੋਂ ਪੜ੍ਹੀਏ ਤੇ ਲਿਖਿਆ, ਸੁਣ ਇਸਰਾਈਲ, ਤੇਰਾ ਰੱਬ ਇੱਕੋ ਹੀ, ਆਪਣੇ ਰੱਬ ਨੂੰ ਪੂਰੇ ਦਿਲੋਂ ਜਾਨ ਤਾਕਤ ਨਾਲ ਪਿਆਰ ਕਰੀ। ਤੇ ਉਹ ਗੱਲਾਂ ਜਿਹੜੀਆਂ ਤੂੰ ਵੇਖ ਲਵੇਂ, ਉਹ ਗੱਲਾਂ ਜਿਹੜੀਆਂ ਤੂੰ ਵੇਖ ਲਵੇਂ, ਬਾਈਬਲ 'ਚੋਂ ਵੇਖ ਲਵੇਂ, ਤੇਰੇ ਦਿਲ ਤੇ ਨਕਸ਼ ਹੋ ਜਾਣ ਤੇ ਔਲਾਦ ਦੀ ਜ਼ੇਨ ਨਸ਼ੀਨ ਕਰਵਾਵੀਂ। ਘਰ ਬੈਠੇ ਰਾਹ ਚੱਲਦੇ, ਲੇਟਦੇ, ਉੱਠਦੇ ਵੇਲੇ ਕਹਿੰਦਾ ਇਹਨਾਂ ਦਾ ਜ਼ਿਕਰ ਕਰੀ, ਇਹਨਾਂ ਦਾ ਜ਼ਿਕਰ ਕਰੀ। ਪਹਿਲਾ ਪਤਰਸ 2 ਬਾਬ ਉਹਦੀ 2 ਐਤ ਦੇ ਵਿੱਚ ਕਹਿੰਦਾ ਹੈ, ਇਹ ਖਾਲਸ ਰੂਹਾਨੀ ਦੁੱਧ ਹੀ ਹੋ। ਪਹਿਲਾ ਪਤਰਸ 2 ਬਾਬ 2 ਐਤ, ਇਹ ਖਾਲਸ ਰੂਹਾਨੀ ਦੁੱਧ ਹੀ। ਤੇ ਜਿੱਦਾਂ ਬੱਚਿਆਂ ਨੂੰ ਖਾਲਸ ਦੁੱਧ ਦੀ ਜ਼ਰੂਰਤ ਹੁੰਦੀ ਹੈ, ਇਸੇ ਤਰ੍ਹਾਂ ਹੀ ਇਹ ਖਾਲਸ ਰੂਹਾਨੀ ਦੁੱਧ ਹੀ ਇਹਨੂੰ ਪੀਵੀਂ, ਫਿਰ ਤੂੰ ਖੁਦਾ 'ਚ ਵੱਧ ਜਾਵੇਗਾ। ਅਗਰ ਕੋਈ ਚਾਹੁੰਦਾ ਮੈਂ ਖੁਦਾ 'ਚ ਵਧਾ, ਮੇਰਾ ਖਾਨਦਾਨ ਖੁਦਾ 'ਚ ਵਧੇ, ਹੱਕ ਗੱਲ ਤੇ ਬੋਲੇ, ਤੇ ਉਹ ਫਿਰ ਜ਼ਬੂਰ 119 ਦੀ 43 'ਚ ਲਿਖਿਆ, ਉਹ ਹੱਕ ਗੱਲ ਕਰ ਦਵੇ, ਉਹ ਡਰੇ ਨਾ, ਚੰਗਾ ਰਹਿ ਜਾਏਗਾ। ਖੁਦਾ ਹੁਣ ਤੇਰਾ ਖਾਦਮ ਹੁੰਦੇ, ਜਿਹੜਾ ਕਲਾਮ ਤੂੰ ਮੈਨੂੰ ਦਿੱਤਾ ਹੈ, ਉਸ ਕਲਾਮ ਨੂੰ ਪੂਰੀ ਦਿਆਨਦਾਰੀ ਨਾਲ ਮੈਂ ਤੇਰੇ ਲੋਕਾਂ ਤੱਕ ਪਹੁੰਚਾਇਆ ਹੈ। ਹੁਣ ਤੇਰਾ ਕਲਾਮ ਤੇਰੇ ਲੋਕਾਂ ਦੇ ਅੰਦਰ ਦਲੇਰੀ ਭਰੇ, ਤੇ ਤੇਰੇ ਲੋਕ ਹੱਕ ਤੇ ਬੋਲਣ, ਯਾਨੀ ਅੰਜੀਲੀ ਬਨਾਤ ਬਣਨ। ਇਹ ਸਭ ਕੁਝ ਮੰਗਣਾ ਹੈ ਯਿਸੂ ਦੇ ਅਜ਼ੀਮ ਤੇ ਜਲਾਲੀ ਨਾਂ ਦਾ ਵਾਸਤਾ ਦੇ ਕੇ, ਆਮੀਨ। ਤੇ ਆਓ ਭਲਿਓ ਫਿਰ ਕਲਾਮ ਨੂੰ ਸ਼ੇਅਰ ਕਰੀਏ, ਬੈਲ ਦਾ ਬਟਨ ਦਬਾਈਏ, ਤਾਂ ਕਿ ਖੁਦਾਵੰਦ ਦਾ ਜ਼ਿੰਦਗੀ ਬਖਸ਼ ਕਲਾਮ ਤੁਹਾਡੇ ਕੋਲ ਪਹੁੰਚਦਾ ਰਹੇ। ਖੁਦਾ ਤੈਨੂੰ ਬਰਕਤ ਦੇਵੇ।